14 ਤੇ 15 ਦੇ ਰਾਤ ਨੂੰ ਜਿਹੜਾ ਇੱਥੇ ਦੇਸ਼ ਦੀ ਜਿਹੜੀ ਵੰਡ ਹੋਈ, ਅੱਜ ਸਾਡੇ ਹੁਕਮਰਾਨ ਵੀ ਜਿਹੜੇ ਇਸ ਤੇ ਦਿਨ ਦੇ ਉੱਤੇ ਜਸ਼ਨ ਮਨਾ ਰਹੇ ਨੇ, ਜ਼ਰੂਰਤ ਇਸ ਗੱਲ ਦੀ ਸੀ ਕਿ ਉਹ ਚਿੰਤਨ ਕਰਦੇ, ਬੈਠ ਕੇ ਸੋਚਦੇ ਕਿ ਸਾਡੇ ਦੇਸ਼ ਦਾ ਜਾਂ ਪੰਜਾਬ ਦਾ ਕਿੰਨਾ ਨੁਕਸਾਨ ਹੋ ਗਿਆ ਉਸ ਦੇ ਵਿੱਚ। 2002 ਤੋਂ ਲੈ ਕੇ ਅੱਜ ਤੱਕ ਮਾਰਚ ਕਰਦੇ ਆ ਰਹੇ ਹੋ, ਮਕਸਦ ਕੀ ਹੈ? ਆਪਣੇ ਪਾਸੇ ਜਾਂ ਉਸ ਪਾਸੇ ਵੀ ਲੋਕ ਅਜਿਹੇ ਬੈਠੇ ਆ ਜਿਹੜੇ ਚਾਹੁੰਦੇ ਆ ਕਿ ਦੋਸਤੀ ਹੋਵੇ। ਇੱਕ ਪਾਰਟੀ ਦਾ ਸਵਾਲ ਨਹੀਂ, ਸਭ ਦੀ ਸੋਚ ਇਹ ਬਣ ਚੁੱਕੀ ਹੈ ਕਿ ਅੱਜ ਹਥਿਆਰਾਂ ਦਾ, ਕਿਉਂਕਿ ਹਥਿਆਰ ਮਾਫੀਏ ਦੇ ਵਿੱਚ ਵੀ ਸ਼ਾਮਲ ਨੇ ਉਹ ਲੋਕ, ਉਹ ਨਸ਼ੇ ਮਾਫੀਏ ਦੇ ਵਿੱਚ ਵੀ ਸ਼ਾਮਲ ਨੇ, ਉਹ ਸਾਰਾ ਇਸ ਕਿਸਮ ਦਾ ਦੁਨੀਆ ਦੇ ਵਿੱਚ ਜਿਹੜਾ ਮਾਫੀਆ ਬਣ ਚੁੱਕਿਆ, ਉਹਦੀਆਂ ਤੰਦਾਂ ਕਿਤੇ ਨਾ ਕਿਤੇ ਇਸ ਗੱਲ ਦੀ ਮੰਗ ਕਰਦੀਆਂ ਨੇ ਕਿ ਦੇਸ਼ਾਂ ਨੂੰ ਆਪਸ ਵਿੱਚ ਲੜਾ ਕੇ ਆਪਣੇ ਹਿੱਤ ਨੇ ਜਿਹੜੇ ਪੂਰੇ ਜਾ ਸਕਣ। ਬਾਰਡਰ ਕਿਹਦੇ ਲਈ ਹੈ? ਹਵਾਵਾਂ ਲਈ ਤਾਂ ਕੋਈ ਬਾਰਡਰ ਨਹੀਂ, ਪਸ਼ੂ ਪੰਛੀਆਂ ਲਈ ਤਾਂ ਕੋਈ ਬਾਰਡਰ ਨਹੀਂ, ਉਹ ਕ੍ਰਾਸ ਕਰਦੇ ਨੇ। ਤੇ ਮਨੁੱਖ ਨੇ ਮਨੁੱਖ ਲਈ ਕਿਉਂ ਕੀਤਾ? ਅੰਮ੍ਰਿਤਸਰ ਤੋਂ ਲਾਹੌਰ ਹੈ ਜਿਹੜਾ, ਉਹ 35 ਕਿਲੋਮੀਟਰ ਹੈ। ਅਸੀਂ ਜਿਹੜੀ ਧਰਤੀ ਤੇ ਹਾਂ, ਜਿਹੜੇ ਗੁਰੂ ਨਾਨਕ ਦੀ ਧਰਤੀ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਦੇ ਭਲੇ ਦੀ ਗੱਲ ਕਰੋਗੇ ਤਾਂ ਲੜਾਈ ਉਹਦੇ ਵਿੱਚ ਆਉਂਦੀ ਹੋ ਨਹੀਂ। ਲੜਾਈ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਇਹ ਤਾਂ ਸਰਕਾਰਾਂ ਆਪਣੇ ਲਾਭ ਲਈ ਕਰਦੀਆਂ ਕਿ ਦੂਸਰੀਆਂ ਜਿਹੜੀਆਂ ਆਪਣੀਆਂ ਮੁਸ਼ਕਲਾਂ ਹੈਗੀਆਂ ਉਹਨਾਂ ਤੇ ਪਰਦਾ ਪਾਇਆ ਜਾ ਸਕੇ। ਇਸ ਵਕਤ ਅਸੀਂ ਦੇਸ਼ ਭਗਤ ਯਾਦਗਾਰ ਜਲੰਧਰ ਖੜੇ ਹਾਂ ਤੇ ਇੱਥੇ ਇੱਕ ਮਾਰਚ ਪੁੱਜਿਆ। IDP ਇੰਟਰਨੈਸ਼ਨਲਿਸਟ ਡੈਮੋਕ੍ਰੈਟਿਕ ਪਲੇਟਫਾਰਮ ਦੇ ਵੱਲੋਂ ਇਹ ਮਾਰਚ ਕੱਢਿਆ ਜਾ ਰਿਹਾ 2002 ਤੋਂ ਲੈ ਕੇ ਹੁਣ ਤੱਕ। 15 ਅਗਸਤ ਦੀ ਆਜ਼ਾਦੀ ਦੀ ਗੱਲ ਵੀ ਕਹੀ ਜਾਂਦੀ ਹੈ ਤੇ ਜਿਨ੍ਹਾਂ ਨੇ ਆਪਣੇ ਪਿੰਡੇ ਦੇ ਉੱਤੇ ਸੰਤਾਪ ਹੰਡਾਇਆ ਤੇ ਉਹ ਇਸ ਨੂੰ ਵੰਡ ਵੀ ਕਹਿੰਦੇ ਆ, ਕੌੜੀ ਵੰਡ ਵੀ ਕਹਿੰਦੇ ਆ। ਇੱਕ ਪਾਸੇ ਆਜ਼ਾਦੀ ਦੇ ਨਾਅਰੇ ਲਾਉਣ ਵਾਲੇ ਆ ਕਿ 15 ਅਗਸਤ ਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਕਿ ਸਾਨੂੰ ਆਜ਼ਾਦੀ ਮਿਲੀ ਸੀ, ਪਰ ਪੰਜਾਬ ਦੀ ਜਿਹੜੀ ਵੰਡ ਹੋਈ ਹੈ, ਇੱਕ ਪਾਸੇ ਲਹਿੰਦੇ ਪੰਜਾਬ ਦੇ ਲੋਕਾਂ ਦਾ ਦਰਦ ਹੈ, ਦੂਜੇ ਪਾਸੇ ਚੜ੍ਹਦੇ ਪੰਜਾਬ ਦੇ ਲੋਕਾਂ ਦਾ ਦਰਦ ਹੈ। IDP ਸੰਸਥਾ ਦੇ ਵੱਲੋਂ ਇਸ ਮਾਰਚ ਦਾ ਸੁਨੇਹਾ ਕੀ ਹੈ? ਇਹ ਮਾਰਚ ਜਾ ਕੇ ਵਾਹਗਾ ਬਾਰਡਰ ਦੇ ਉੱਤੇ ਅੱਜ ਰਾਤ ਨੂੰ 12 ਵਜੇ ਮੋਮਬੱਤੀਆਂ ਦੇ ਨਾਲ ਸਮਰਪਿਤ ਹੈ। ਇਹ ਮਾਰਚ ਕੱਢਿਆ ਜਾ ਰਿਹਾ ਹੈ ਔਰ ਉੱਥੇ ਜਾ ਕੇ ਇਸ ਦੀ ਸਮਾਪਤੀ ਹੋਣੀ ਹੈ। ਲਗਾਤਾਰਤਾ ਇਸ ਮਾਰਚ ਦੀ ਬਣੀ ਹੋਈ ਹੈ, ਪਰ ਇਸ ਮਾਰਚ ਦੇ ਪਿੱਛੇ ਮਕਸਦ ਕੀ ਹੈ? ਜੇ ਅਸੀਂ ਮਕਸਦ ਨਹੀਂ ਜਾਣਦੇ ਕਿਸੇ ਕੰਮ ਦਾ ਤਾਂ ਅਧੂਰੀ ਰਹਿ ਜਾਂਦੀ ਹੈ ਗੱਲ। ਇਸ ਸੰਸਥਾ ਦੇ ਜਿਹੜੇ ਨੁਮਾਇੰਦੇ ਨੇ ਉਹ ਸਾਡੇ ਨਾਲ ਨੇ, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਆਖਿਰਕਾਰ ਕਿਹੜੇ ਮਕਸਦ ਨੂੰ ਲੈ ਕੇ ਉਹ ਲੱਗੇ ਹੋਏ ਆ ਕਿ ਇਸ ਮਾਰਚ ਨੂੰ, ਉਹ ਮਾਰਚ ਦੀ ਹੈ ਜਿਹੜੀ ਜ਼ਰੂਰਤ ਪੈਂਦੀ ਹੈ। ਸਭ ਤੋਂ ਪਹਿਲਾਂ IDP ਦੇ ਪ੍ਰਧਾਨ ਨੇ ਸਾਡੇ ਨਾਲ ਕਰਨੈਲ ਸਿੰਘ, ਉਹਨਾਂ ਤੋਂ ਜਾਣਦੇ ਆ ਕਿ ਮਕਸਦ ਕੀ ਹੈ। ਤੁਸੀਂ ਇਹ ਮਾਰਚ ਦੀ ਸ਼ੁਰੂਆਤ ਕਰਦੇ ਹੋ, 1986 ਦੇ ਵਿੱਚ ਗਠਨ ਹੁੰਦਾ ਸੰਸਥਾ ਦਾ, 2002 ਤੋਂ ਲੈ ਕੇ ਅੱਜ ਤੱਕ ਮਾਰਚ ਕਰਦੇ ਆ ਰਹੇ ਹੋ, ਮਕਸਦ ਕੀ ਹੈ? ਸਾਡਾ ਮਕਸਦ ਇਹ ਹੈ ਕਿ ਜਦੋਂ ਦੇਸ਼ ਦੇ ਹੁਕਮਰਾਨ ਅੱਜ ਆਪਣੀ ਗੱਦੀ ਦੇ ਲਈ ਜਾਂ ਆਪਣੇ ਲੋਕਾਂ ਨੂੰ ਗਲਤ ਸੂਚਨਾ ਦੇ ਕੇ ਦੋਨੇ ਦੇਸ਼ਾਂ ਨੂੰ ਆਪਸ ਵਿੱਚ ਲੜਾ ਰਹੇ ਨੇ, ਤਾਂ ਉਸ ਸਮੇਂ ਦੇ ਵਿੱਚ ਹਰ ਸਾਲ ਅਗਸਤ ਮਹੀਨੇ ਦੀਆਂ ਜਿਹੜੀਆਂ ਮਹੱਤਵਪੂਰਨ ਘਟਨਾਵਾਂ ਨੇ, ਕਿ ਦੁਨੀਆ ਦੇ ਵਿੱਚ 2 ਘਟਨਾਵਾਂ ਵਾਪਰੀਆਂ। ਹੀਰੋਸ਼ੀਮਾ ਦੇ ਵਿੱਚ 6 ਅਗਸਤ ਨੂੰ ਬੰਬ ਸਿੱਟਿਆ ਗਿਆ ਤੇ ਨਾਗਾਸਾਕੀ ਦੇ ਵਿੱਚ 9 ਅਗਸਤ ਨੂੰ ਸਿੱਟਿਆ ਗਿਆ, ਤੇ 14 ਤੇ 15 ਦੇ ਰਾਤ ਨੂੰ ਜਿਹੜਾ ਇੱਥੇ ਦੇਸ਼ ਦੀ ਜਿਹੜੀ ਵੰਡ ਹੋਈ ਤਾਂ 2 ਦੇਸ਼ਾਂ ਦੇ ਵਿੱਚ ਵੰਡਿਆ ਗਿਆ। ਤਾਂ ਉਸ ਤੋਂ ਲੈ ਕੇ ਲਗਾਤਾਰ ਦੇਸ਼ ਦਾ ਜਿਹੜਾ ਟਕਰਾਅ ਹੈ, ਟਕਰਾਅ ਦੇ ਮੁੱਦੇ ਦੇ ਉੱਤੇ ਸਾਡੇ ਰਾਜਨੀਤਿਕ ਲੋਕ ਆਪਣੀਆਂ ਰੋਟੀਆਂ ਸੇਕਦੇ ਆ ਰਹੇ ਨੇ ਤੇ ਲੋਕਾਂ ਨੂੰ ਗਲਤ ਸੂਚਨਾ ਦੇ ਰਹੇ ਨੇ। ਤਾਂ ਇਸ ਲਈ ਸਾਡਾ ਮਕਸਦ ਇਹ ਹੈ ਕਿ ਉਸ ਸਮੇਂ ਦੇ ਵਿੱਚ ਲੋਕਾਂ ਨੂੰ ਜਾਣਕਾਰੀ ਦੇਣਾ, ਸਹੀ ਸੰਦੇਸ਼ ਦੇਣਾ ਕਿ ਜਿਹੜੀ ਲੜਾਈ ਹੈ ਜਾਂ ਟਕਰਾਅ ਹੈ ਜਿਹੜਾ, ਉਹ ਲੋਕਾਂ ਦੇ ਹਿੱਤ ਦੇ ਵਿੱਚ ਨਹੀਂ, ਨਾ ਕਿਸੇ ਮਸਲੇ ਦਾ ਹੱਲ ਹੈ। ਤੇ ਇਸ ਲਈ ਸ਼ਾਂਤੀ ਹੀ ਮਸਲੇ ਦਾ ਹੱਲ ਹੈ। ਦੋਨੇ ਦੇਸ਼ਾਂ ਨੂੰ ਆਪਸ ਵਿੱਚ ਦੋਸਤੀ ਕਰਕੇ ਤੇ ਦੇਸ਼ ਦੇ ਜਿਹੜੇ ਅੰਦਰੂਨੀ ਮਾਮਲੇ ਨੇ ਉਹਨਾਂ ਦੇ ਵੱਖਰੇਪਣ ਨੂੰ ਸਵੀਕਾਰ ਕਰਦੇ ਹੋਏ ਉਹਨਾਂ ਨਾਲ ਗੱਲਬਾਤ ਕਰਕੇ, ਬੈਠ ਕੇ ਉਹਨਾਂ ਦੇ ਮਸਲੇ, ਭਾਵੇਂ ਉਹ ਜੰਮੂ ਕਸ਼ਮੀਰ ਦਾ ਮਸਲਾ ਹੋਵੇ, ਉਹਨਾਂ ਨਾਲ ਬੈਠ ਕੇ ਉਹਨਾਂ ਦੇ ਵਖਰੇਵੇਂ ਨੂੰ ਮੰਨਦੇ ਹੋਏ ਇਹ ਮਸਲੇ ਸ਼ਾਂਤਮਈ ਤਰੀਕੇ ਨਾਲ ਹੱਲ ਕੀਤੇ ਜਾਣ, ਤਾਂ ਇਹੀ ਲੋਕਾਂ ਦੀ ਭਲਾਈ ਹੋ ਸਕਦੀ ਹੈ। ਅਸੀਂ ਇਹ ਸੰਦੇਸ਼ ਲੋਕਾਂ ਨੂੰ ਦੇ ਰਹੇ ਹਾਂ। ਤੁਸੀਂ ਦੋਸਤੀ ਦੀ ਗੱਲ ਕੀਤੀ ਹੈ, ਇੱਕ ਪਾਸੇ ਦੇਸ਼ ਦੀ ਵੰਡ ਹੁੰਦੀ ਹੈ 1947 ਵਿੱਚ, 70 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ, ਉਸੇ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ। ਚਾਹੇ ਇੱਕ ਪਾਸੇ ਗੱਲਾਂ ਇਹ ਵੀ ਤੁਰਦੀਆਂ, ਬੁੱਧੀਜੀਵੀ ਲੋਕ ਜਾਂ ਆਪਣੇ ਪਾਸੇ ਜਾਂ ਉਸ ਪਾਸੇ ਵੀ ਲੋਕ ਅਜਿਹੇ ਬੈਠੇ ਆ ਜਿਹੜੇ ਚਾਹੁੰਦੇ ਆ ਕਿ ਦੋਸਤੀ ਹੋਵੇ, ਪਰ ਤੁਹਾਨੂੰ ਲੱਗਦਾ ਕੀ ਹੈ ਜਿਨ੍ਹਾਂ ਦਾ ਵੀ ਹੁਣ ਤੱਕ ਸਿਆਸਤ ਦੇ ਉੱਤੇ ਜਾਂ ਸਾਡੀ ਸੰਸਦ ਦੇ ਉੱਤੇ ਇਹ ਕਹਿ ਲਓ ਕਿ ਹਕੂਮਤ ਦੇ ਵਿੱਚ ਰਹੇ ਆ, ਉਹਨਾਂ ਨੇ ਤਾਂ ਆਪਣੀ ਕੋਸ਼ਿਸ਼ ਜਾਰੀ ਰੱਖੀ ਹੈ ਕਿ ਉਹਨਾਂ ਦੇ ਵੱਲੋਂ ਬਿਆਨ ਵੀ ਆਉਂਦੇ ਆ ਸਮੇਂ-ਸਮੇਂ ਸਿਰ, ਸਰਕਾਰ ਜਿਹੜੀ ਵੀ ਧਿਰ ਦੀ ਹੋਵੇ,
ਹਰੇਕ ਮੁਲਕ ਦੇ ਵਿੱਚ ਆਪਣਾ ਵਪਾਰ ਦਾ ਕੰਮ ਹੈ ਜਾਂ ਕੁਝ ਹੋਰ ਨੂੰ ਗੱਲ ਨੂੰ ਲੈ ਕੇ ਚਰਚਾ ਛਿੜਦੀ ਰਹਿੰਦੀ ਹੈ ਕਿ ਅਸੀਂ ਬੜਾ ਸਾਫ਼ ਸੁਥਰਾ ਕਰ ਰਹੇ ਹਾਂ। ਦਾਅਵੇ ਉਹਨਾਂ ਦੇ ਵੀ ਬਹੁਤ ਹੈ। ਇੱਕ ਪਾਸੇ ਇਹ ਧਿਰ ਹੈ ਜਿਹੜੀ ਕਹਿੰਦੀ ਹੈ ਕਿ ਦੋਸਤੀ ਹੋਣੀ ਚਾਹੀਦੀ ਹੈ। ਫਿਰ ਇਹ ਦੋਸਤੀ ਬਰਕਰਾਰ ਰੱਖਣ ਦੇ ਲਈ ਤੁਹਾਨੂੰ ਲੱਗਦਾ ਹੈ ਕਿ ਹੁਣ ਤੱਕ ਉਸ ਤਰ੍ਹਾਂ ਦੀ ਕੋਸ਼ਿਸ਼ ਨਹੀਂ ਹੋਈ ਜਿਸ ਕਰਕੇ ਅਸੀਂ ਕਾਮਯਾਬ ਵੀ ਨਹੀਂ ਹੋ ਸਕੇ ਕਿ ਦੋਸਤੀ ਬਣੀ ਰਹੇ? ਹਾਂ, ਅਸੀਂ ਇਹ ਸਮਝਦੇ ਹਾਂ ਕਿ ਦੁਨੀਆ ਜਿਹੜੀ ਅੰਤਰ ਨਿਰਭਰ ਹੋ ਚੁੱਕੀ ਹੈ। ਅੱਜ ਕਿਸੇ ਵੀ ਦੋ ਦੇਸ਼ਾਂ ਦਾ ਟਕਰਾਅ ਸਾਰੀ ਦੁਨੀਆ ਦੇ ਉੱਤੇ ਉਹਦੀ ਤਰੱਕੀ ਦੇ ਉੱਤੇ ਜਾਂ ਉਹਦੇ ਵਿਕਾਸ ਦੇ ਉੱਤੇ ਅਸਰ ਪਾਉਂਦਾ, ਕਿਉਂਕਿ ਜਿਹੜੀਆਂ ਕੁਦਰਤੀ ਚੀਜ਼ਾਂ ਵੀ ਨੇ ਸਾਡੇ ਕੋਲ, ਉਹ ਚਾਹੇ ਵਾਤਾਵਰਣ ਦੇ ਐਂਗਲ ਤੋਂ ਲਾ ਲਈਏ, ਪਾਣੀ ਦੇ ਐਂਗਲ ਤੋਂ ਲਾ ਲਈਏ, ਤੇ ਸਾਰੀਆਂ ਇੱਥੋਂ ਦੀ ਧਰਤੀ, ਉਹ ਸਾਰੀਆਂ ਚੀਜ਼ਾਂ ਦੇ ਉੱਤੇ ਵੀ ਕੁਦਰਤੀ ਸੋਮਿਆਂ ਦੇ ਉੱਤੇ ਵੀ ਇਹਨਾਂ ਚੀਜ਼ਾਂ ਦਾ ਅਸਰ ਪੈਂਦਾ। ਕਿਉਂਕਿ ਜਦੋਂ ਪਰਮਾਣੂ ਤਜਰਬੇ ਹੁੰਦੇ ਨੇ ਤਾਂ ਸਾਡੇ ਜਿਹੜੀ ਹਵਾ ਹੈਗੀ, ਹਵਾ ਵੀ ਪੋਲਿਊਟ ਹੁੰਦੀ ਹੈ, ਪਾਣੀ ਦਾ ਵੀ ਸਾਡੇ ਦਾ ਨੁਕਸਾਨ ਹੁੰਦਾ। ਇਸ ਲਈ ਅਸੀਂ ਕਹਿੰਦੇ ਹਾਂ ਕਿ ਇਹ ਦੁਨੀਆ ਦੇ ਹਿੱਤ ਦੇ ਵਿੱਚ ਨਹੀਂ, ਦੁਨੀਆ ਦੇ ਹਿੱਤ ਵਿੱਚ ਇਹ ਹੈ ਕਿ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਆਪਸ ਵਿੱਚ ਮਿਲ ਕੇ ਔਰ ਮਿਲ ਬੈਠ ਕੇ ਮਸਲੇ ਹੱਲ ਕਰਨ ਤੇ ਉਹ ਇਕੱਠੇ ਬੈਠ ਕੇ ਸੋਚਣ, ਚਿੰਤਾ ਕਰਨ ਇਸ ਮਸਲੇ ਦੇ ਉੱਤੇ। ਅੱਜ ਸਾਡੇ ਹੁਕਮਰਾਨ ਵੀ ਜਿਹੜੇ ਇਸ ਤੇ ਦਿਨ ਦੇ ਉੱਤੇ ਜਸ਼ਨ ਮਨਾ ਰਹੇ ਨੇ, ਜ਼ਰੂਰਤ ਇਸ ਗੱਲ ਦੀ ਸੀ ਕਿ ਉਹ ਚਿੰਤਨ ਕਰਦੇ, ਬੈਠ ਕੇ ਸੋਚਦੇ ਕਿ ਸਾਡੇ ਦੇਸ਼ ਦਾ ਜਾਂ ਪੰਜਾਬ ਦਾ ਕਿੰਨਾ ਨੁਕਸਾਨ ਹੋ ਗਿਆ ਉਸ ਦੇ ਵਿੱਚ। ਅਸੀਂ ਉਹ ਨੁਕਸਾਨ ਮੁੜ ਕੇ ਕਿਤੇ ਸਾਡੇ ਇਹੋ ਜਿਹੀ ਘਟਨਾ ਨਾ ਵਾਪਰੇ ਤੇ ਕਿਤੇ ਮੁੜ ਨੁਕਸਾਨ ਹੋਵੇ। ਇਸ ਲਈ ਸਾਨੂੰ ਉਹ ਰਸਤਾ ਹੈ ਜਿਹੜਾ ਉਹ ਤਬਦੀਲ ਕਰਨਾ ਚਾਹੀਦਾ ਸੀ, ਲੇਕਿਨ ਹੁਕਮਰਾਨ ਨੂੰ ਇਹ ਰਸਤਾ ਹਜੇ ਉਹਨੂੰ ਲੱਗ ਰਿਹਾ ਹੈ ਕਿ ਜਿਹੜੀ ਮੇਰੀ ਸੱਤਾ ਹੈਗੀ ਜਾਂ ਮੇਰਾ ਕਾਰੋਬਾਰ ਹੈ ਜਾਂ ਮੇਰਾ ਬਿਜ਼ਨਸ ਹੈ ਜਿਹੜਾ ਉਹ ਇਹਦੇ ਨਾਲ ਪ੍ਰਫੁੱਲਤ ਹੋ ਰਿਹਾ। ਇਸ ਲਈ ਹੁਕਮਰਾਨ ਸਾਰੇ ਇੱਕ ਪਾਰਟੀ ਦਾ ਸਵਾਲ ਨਹੀਂ, ਸਭ ਦੀ ਸੋਚ ਇਹ ਬਣ ਚੁੱਕੀ ਹੈ ਕਿ ਅੱਜ ਹਥਿਆਰਾਂ ਦਾ, ਕਿਉਂਕਿ ਹਥਿਆਰ ਮਾਫੀਏ ਦੇ ਵਿੱਚ ਵੀ ਸ਼ਾਮਲ ਨੇ ਉਹ ਲੋਕ, ਉਹ ਨਸ਼ੇ ਮਾਫੀਏ ਦੇ ਵਿੱਚ ਵੀ ਸ਼ਾਮਲ ਨੇ, ਉਹ ਸਾਰਾ ਇਸ ਕਿਸਮ ਦਾ ਦੁਨੀਆ ਦੇ ਵਿੱਚ ਜਿਹੜਾ ਮਾਫੀਆ ਬਣ ਚੁੱਕਿਆ, ਉਹਦੀਆਂ ਤੰਦਾਂ ਕਿਤੇ ਨਾ ਕਿਤੇ ਇਸ ਗੱਲ ਦੀ ਮੰਗ ਕਰਦੀਆਂ ਨੇ ਕਿ ਦੇਸ਼ਾਂ ਨੂੰ ਆਪਸ ਵਿੱਚ ਲੜਾ ਕੇ ਆਪਣੇ ਹਿੱਤ ਨੇ ਜਿਹੜੇ ਪੂਰੇ ਜਾ ਸਕਣ। ਇਸ ਲਈ ਅਸੀਂ ਲੋਕਾਂ ਨੂੰ ਸੱਦਾ ਦਿੰਦੇ ਹਾਂ ਕਿ ਤੁਹਾਡੇ ਹਿੱਤ ਇਹਨਾਂ ਹੁਕਮਰਾਨਾਂ ਨਾਲੋਂ ਬਿਲਕੁਲ ਵੱਖਰੇ ਨੇ। ਤੁਹਾਡੇ ਹਿੱਤ ਸ਼ਾਂਤੀ ਚਾਹੁਣ 'ਚ ਨੇ, ਤੁਹਾਡੇ ਹਿੱਤ ਹਥਿਆਰਾਂ ਦੇ ਉੱਤੇ ਨਾ ਖਰਚਾ ਕਰਨ 'ਚ ਨੇ, ਤੁਹਾਡੇ ਹਿੱਤ ਇਸ ਗੱਲ 'ਚ ਨੇ ਕਿ ਤੁਸੀਂ ਮਿਲ ਕੇ ਰਹੋ, ਤੇ ਇਸ ਲਈ ਇਹ ਸੱਦਾ ਦਿੰਦੇ। ਹਥਿਆਰਾਂ ਦੀ ਗੱਲ ਤੁਰਦੀ ਹੈ ਜਦੋਂ ਤਾਂ ਵਪਾਰ ਬਹੁਤ ਵੱਡਾ ਹੁੰਦਾ ਹੈ, ਵਪਾਰ ਦਾ ਮਸਲਾ ਬੜਾ ਵੱਡਾ ਹੈ। ਵਪਾਰ ਦੇ ਨਾਮ ਦੇ ਉੱਤੇ ਹਥਿਆਰਾਂ ਦੀ ਜਿਹੜੇ ਵੇਚਣ ਵਾਲੇ ਆ ਉਹ ਵੇਚਣ ਦੀ ਗੱਲ ਤੋਰਦੇ ਆ, ਔਰ ਜਿਨ੍ਹਾਂ ਨੂੰ ਖਰੀਦਣੇ, ਜਿਨ੍ਹਾਂ ਨੂੰ ਉਹਨਾਂ ਨੇ ਦੇਣੇ ਆ ਜਾਂ ਲੜਾਉਣਾ ਆਪਸ ਦੇ ਵਿੱਚ, ਉਹਨਾਂ ਦੇ ਵਿੱਚ ਹੋੜ ਲੱਗੀ ਰਹਿੰਦੀ ਹੈ ਕਿ ਸਾਡੇ ਕੋਲ ਅੱਜ ਇਹ ਹਥਿਆਰ ਆ ਗਿਆ, ਦੁਨੀਆ ਦਾ ਸਭ ਤੋਂ ਉੱਤਮ ਹਥਿਆਰ ਹੈ। ਇਸ ਤਰ੍ਹਾਂ ਦੇ ਨਾਲ ਮਨੁੱਖਤਾ ਦਾ ਘਾਣ ਤਾਂ ਹੋ ਹੀ ਰਿਹਾ, ਉਹਦੇ ਨਾਲ ਭਲਾ ਕਿਵੇਂ ਹੋਣਾ ਹੈ? ਸਾਡੇ ਨਾਲ ਗੁਰਮੀਤ ਸਿੰਘ ਨੇ। ਤੁਸੀਂ ਕੀ ਸਮਝਦੇ ਹੋ ਹਥਿਆਰਾਂ ਦੀ ਗੱਲ, ਜਿਵੇਂ ਤੁਹਾਡੇ ਸਾਥੀ ਨੇ ਕੀਤੀ ਹੈ ਕਿ ਹਥਿਆਰ ਵੇਚਣ ਦੇ ਲਈ ਹੋੜ ਲੱਗੀ ਹੋਈ ਹੈ, ਪਰ ਮਨੁੱਖਤਾ ਦੀ ਭਲਾਈ ਲਈ ਫਿਰ ਕਿਵੇਂ ਕੰਮ ਹੋ ਸਕਦਾ? ਤੁਸੀਂ ਇਸ ਮਾਰਚ ਦਾ ਹਿੱਸਾ ਬਣਦੇ ਹੋ, ਸਮਝਦੇ ਹੋ ਕਿਉਂ, ਮਹਿਸੂਸ ਕੀ ਕੀਤਾ ਅੱਜ ਤੱਕ ਕਿ ਹੋ ਕੀ ਰਿਹਾ ਤੇ ਹੋਣਾ ਕੀ ਚਾਹੀਦਾ? ਅਸੀਂ ਇਹ ਮਹਿਸੂਸ ਕਰਦੇ ਹਾਂ ਕਿ 1945 ਚ ਜਦੋਂ ਯੂਐਨਓ ਬਣ ਗਈ, ਇੱਕ ਮਹਾ ਪੰਚਾਇਤ ਬਣੀ ਹੈ, ਜਿਹਦਾ ਪ੍ਰਸਤਾਵ ਇਹ ਹੈ ਕਿ ਜੇ ਦੁਨੀਆ ਨੂੰ ਤਰੱਕੀ ਵੱਲ ਲੈ ਕੇ ਜਾਣਾ ਤਾਂ ਹਥਿਆਰਾਂ ਆਪਸੀ ਲੜਾਈ ਨਹੀਂ ਹੋਏਗੀ, ਕਿਸੇ ਵੀ ਮੁਲਕ ਦੀ ਲੜਾਈ ਆਪਸ ਵਿੱਚ ਨਹੀਂ ਹੋਗੀ। ਜਿਹਦੇ ਵਿੱਚ 5 ਦੇਸ਼ਾਂ ਨੇ ਵੀਟੋ ਪਾਵਰ ਹਾਸਲ ਕੀਤੀ ਤੇ ਉਹ ਵੀਟੋ ਦੀ ਤਾਕਤ ਦੇ ਜ਼ਰੀਏ ਕਿਤੇ ਨਾ ਕਿਤੇ ਆਪਦੇ ਹਥਿਆਰ ਵੇਚਣ ਦਾ ਕੰਮ, ਕਿਸੇ ਮੁਲਕ ਨਾਲ ਲੜਾਈ ਦਾ ਕੰਮ ਉਹ ਚੱਲਦਾ ਰਹਿੰਦਾ। ਪਰ ਪੂਰੀ ਦੁਨੀਆ ਲੜਾਈ ਦੀ ਬਜਾਏ ਸ਼ਾਂਤੀ ਚਾਹੁੰਦੀ ਹੈ। ਜੇ ਅਸੀਂ ਵੀ ਗੱਲ ਕਰਦੇ ਹਾਂ ਹਿੰਦ ਪਾਕ ਦੀ ਦੋਸਤੀ ਦਾ ਮਤਲਬ ਇਕੱਲਾ ਇੱਕ ਦੂਜੇ ਨਾਲ ਦੋਸਤੀ ਦਾ ਨਹੀਂ ਹੈ, ਵਪਾਰ ਵੀ ਇੱਥੇ ਖੜਾ ਹੈ। ਕਿਉਂਕਿ ਅੰਮ੍ਰਿਤਸਰ ਤੋਂ ਲਾਹੌਰ ਹੈ ਜਿਹੜਾ ਉਹ 35 ਕਿਲੋਮੀਟਰ ਹੈ, ਤੇ ਜਿਹੜਾ ਸਾਡਾ ਵਪਾਰ ਹੁੰਦਾ ਬਾਇਆ ਬੰਦਰਗਾਹ ਮੁੰਬਈ ਤੇ ਰਾਹੀਂ ਹੁੰਦਾ ਤੇ ਉਧਰ ਰਾਂਚੀ ਦੇ ਰਾਹੀਂ ਹੁੰਦਾ। ਤੇ ਇਸ ਤਰੀਕੇ ਨਾਲ ਜਿਹੜਾ ਸਾਡਾ ਦੋਨੋਂ ਮੁਲਕਾਂ ਦਾ ਪੈਸਾ ਟਰਾਂਸਪੋਰਟੇਸ਼ਨ ਤੇ ਬਹੁਤ ਜ਼ਿਆਦਾ ਖਰਚ ਹੁੰਦਾ। ਸਾਡਾ ਪੰਜਾਬੀ ਹੈ ਜਿਹੜਾ ਕਿਸਾਨ ਹੈ, ਜਿਹੜਾ ਜਿੰਨਾ ਵੀ ਵਪਾਰ ਕਰੇਗਾ ਖੇਤੀ ਦੇ ਨਾਲ ਸੰਬੰਧਿਤ, ਤਾਂ ਉਹ 35 ਕਿਲੋਮੀਟਰ ਸਵੇਰੇ ਲਿਜਾ ਕੇ ਆਪਣੀ ਫਸਲ ਉੱਥੇ ਪਾਕਿਸਤਾਨ 'ਚ ਦੇ ਸਕਦਾ। ਪਾਕਿਸਤਾਨ ਦੀ ਬਦਾਮ ਨੇ, ਹੋਰ ਚੀਜ਼ਾਂ ਨੇ, ਉਹ ਇੱਧਰ ਆ ਸਕਦੀਆਂ ਨੇ। ਬਾਰਡਰ ਕਿਹਦੇ ਲਈ ਹੈ? ਹਵਾਵਾਂ ਲਈ ਤਾਂ ਕੋਈ ਬਾਰਡਰ ਨਹੀਂ, ਪਸ਼ੂ ਪੰਛੀਆਂ ਲਈ ਤਾਂ ਕੋਈ ਬਾਰਡਰ ਨਹੀਂ, ਉਹ ਕ੍ਰਾਸ ਕਰਦੇ ਨੇ। ਤੇ ਮਨੁੱਖ ਨੇ ਮਨੁੱਖ ਲਈ ਕਿਉਂ ਕੀਤਾ? ਅਸੀਂ ਜਿਹੜੀ ਧਰਤੀ ਤੇ ਹਾਂ, ਜਿਹੜੇ ਗੁਰੂ ਨਾਨਕ ਦੀ ਧਰਤੀ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ, ਉਹ ਕਹਿ ਹੀ ਨਹੀਂ ਰਹੀ ਕਿ ਇੰਡੀਆ ਦਾ ਭਲੇ ਦੀ ਗੱਲ ਹੈ ਜਾਂ ਪਾਕਿਸਤਾਨ ਦੇ ਭਲੇ ਦੀ ਗੱਲ ਹੈ ਜਾਂ ਕਿਸੇ ਹੋਰ ਮੁਲਕ ਦੀ ਗੱਲ ਹੈ। ਉਹ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਦੇ ਭਲੇ ਦੀ ਗੱਲ ਕਰੋਗੇ ਤਾਂ ਲੜਾਈ ਉਹਦੇ ਵਿੱਚ ਆਉਂਦੀ ਹੋ ਨਹੀਂ। ਲੜਾਈ ਕਿਉਂ ਆਏਗੀ? ਜਿੰਨੀਆਂ ਵੀ ਸਮੱਸਿਆਵਾਂ ਨੇ ਉਹ ਮਿਲ ਬੈਠ ਕੇ ਹੱਲ ਹੋਣੀ ਚਾਹੀਦੇ ਨੇ। ਸਾਡੀ ਮੰਗ ਇੱਕ ਹੈ ਇਸ ਗੱਲ ਦੇ ਉੱਤੇ ਕਿ ਜੇਕਰ ਹਿੰਦ ਪਾਕ ਦੀ ਦੋਸਤੀ ਕਾਇਮ ਕਰਨੀ ਹੈ, ਜੇਕਰ ਜੰਮੂ ਕਸ਼ਮੀਰ ਦੀ ਲੜਾਈ ਖਤਮ ਕਰਨੀ ਹੈ, ਤਾਂ ਤਿੰਨ ਧਿਰੀ ਗੱਲਬਾਤ ਰਾਹੀਂ ਇਹ ਮਸਲਾ ਹੱਲ ਹੋਣਾ ਜ਼ਰੂਰੀ ਹੈ। ਹਿੰਦੁਸਤਾਨ, ਪਾਕਿਸਤਾਨ ਦੀ ਸਰਕਾਰ ਤੇ ਜੰਮੂ ਕਸ਼ਮੀਰ ਦੇ ਲੋਕ।
ਜੀ। ਉਹਨਾਂ ਨੂੰ ਆਪਸ ਵਿੱਚ ਬੈਠ ਕੇ ਇਹ ਮਸਲਾ ਹੱਲ ਕਰੇ ਬਿਨਾ ਇਹ ਸਮੱਸਿਆਵਾਂ ਦਾ ਹੱਲ ਨਹੀਂ ਹੋਣਾ। ਜੀ, ਆਈਡੀਪੀ ਦੇ ਨੁਮਾਇੰਦਿਆਂ ਨਾਲ ਅਸੀਂ ਗੱਲ ਕੀਤੀ ਹੈ, ਉਹਨਾਂ ਦਾ ਇੱਕੋ ਸੁਨੇਹਾ ਹੈ ਕਿ ਦੇਸ਼ਾਂ ਦੇ ਵਿੱਚ ਵੰਡ ਨਹੀਂ ਹੋਣੀ ਚਾਹੀਦੀ, ਕਿਉਂਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਪ੍ਰਭਾਵ ਪੈਂਦੇ ਆ ਹਰ ਇੱਕ ਗੱਲ ਦੇ ਉੱਤੇ। ਤੇ ਦੇਸ਼ ਭਗਤ ਯਾਦਗਾਰ ਵੱਲੋਂ ਸਵਾਗਤ ਵੀ ਕੀਤਾ ਗਿਆ ਆਈਡੀਪੀ ਸੰਸਥਾ ਦਾ ਕਿ ਇਸ ਮਾਰਚ ਨੂੰ ਹੁੰਗਾਰਾ ਮਿਲੇ। ਤਾਂ ਸਾਡੇ ਨਾਲ ਆਗੂ ਨੇ, ਉਹਨਾਂ ਨਾਲ ਗੱਲ ਕਰਦੇ ਆ ਕਿ ਉਹ ਕਿਵੇਂ ਸਮਝਦੇ ਆ, ਅੱਜ ਦੇ ਹਾਲਾਤ ਨੂੰ ਕਿਵੇਂ ਦੇਖਦੇ ਆ, ਕਿਉਂਕਿ ਦੇਸ਼ ਦੀ ਵੰਡ ਹੁੰਦੀ ਹੈ ਤੇ ਔਰਤਾਂ ਦੇ ਉੱਤੇ ਤਸ਼ੱਦਦ ਜ਼ਿਆਦਾ ਹੁੰਦਾ। ਤਾਂ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ, ਆਈਡੀਪੀ ਦੇ ਇਸ ਉਦਮ ਨੂੰ ਕਿਵੇਂ ਦੇਖਦੇ ਹੋ? ਇਹ ਉਦਮ ਇਹਨਾਂ ਦਾ ਬਹੁਤ ਵਧੀਆ ਹੈਗਾ, ਕਿਉਂਕਿ ਇਹ ਲੜਾਈ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਇਹ ਤਾਂ ਸਰਕਾਰਾਂ ਆਪਣੇ ਲਾਭ ਲਈ ਕਰਦੀਆਂ ਕਿ ਦੂਸਰੀਆਂ ਜਿਹੜੀਆਂ ਆਪਣੀਆਂ ਮੁਸ਼ਕਲਾਂ ਹੈਗੀਆਂ ਉਹਨਾਂ ਤੇ ਪਰਦਾ ਪਾਇਆ ਜਾ ਸਕੇ। ਪੜ੍ਹਾਈ ਲਿਖਾਈ ਕਾਰੋਬਾਰ ਇੰਨੀ ਬੇਕਾਰੀ ਹੈ ਔਰ ਲੋਕਾਂ ਦੇ ਅੰਦਰ ਰੋਟੀ ਦਾ ਹੈ ਨਹੀਂ। ਆ ਜੋ ਕੁਛ ਹੁਣ ਪਿਛਲੇ ਦਿਨਾਂ ਦੇ ਵਿੱਚ ਕਰੋਨਾ ਦੀ ਆੜ ਦੇ ਵਿੱਚ ਇਹਨਾਂ ਨੇ ਬੁੱਧੀਵਾਨਾਂ ਨੂੰ ਫੜ ਕੇ ਅੰਦਰ ਦੇ ਦਿੱਤਾ ਤਾਂ ਆਪਣਾ ਇਹ ਮੰਡਾ ਚਲਾ ਰਹੇ ਆ। ਤਾਂ ਜਦੋਂ ਲੜਾਈ ਹੁੰਦੀ ਹੈ ਤਾਂ ਉਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੁੰਦਾ। ਅਸੀਂ ਚਾਹੁੰਦੇ ਹਾਂ ਕਿ ਕਸ਼ਮੀਰ ਦਾ ਮਸਲਾ ਵੀ ਜਿਹੜਾ 370 ਇਹਨਾਂ ਨੇ ਲਾਇਆ, ਉੱਥੋਂ ਜਿਹਨਾਂ ਲੋਕਾਂ ਦਾ ਹਰਾਮ ਕੀਤਾ, ਜਿਹੜਾ ਸਵਰਗ ਸੀਗਾ ਉਹ ਸਾਡਾ ਨਰਕ ਬਣਾ ਕੇ ਰੱਖ ਦਿੱਤਾ। ਇਹ ਹੁਣ ਫੈਡਰਲ ਢਾਂਚੇ ਨੂੰ ਤੋੜਨਾ ਚਾਹੁੰਦੇ ਆ। ਹਿੰਦੁਸਤਾਨ ਜਿਹੜਾ ਗਣ ਰਾਜ ਹੈ, ਇਹ ਇੱਕ ਗਣ ਉਹਨਾਂ ਨੇ ਤੋੜ ਲਿਆ ਤਾਂ ਦੂਸਰਾ ਫਿਰ ਪੰਜਾਬ ਦੀ ਵਾਰੀ ਆ ਜਾਣੀ ਹੈ, ਫਿਰ ਤੀਸਰੇ ਦੀ ਆ ਜਾਣੀ, ਫਿਰ ਚੌਥੇ ਦੀ ਆ ਜਾਣੀ ਹੈ। ਇਹਨਾਂ ਦਾ ਇਸ ਤਰ੍ਹਾਂ ਦੇ ਕਰਕੇ ਤਾਂ ਇਹ ਜਿੱਤ ਆਪਣੇ ਲੋਕਾਂ ਦਾ ਧਿਆਨ ਦੂਸਰੇ ਪਾਸੇ ਨੂੰ ਵੰਡਾਉਂਦੇ ਆ। ਤਾਂ ਮੋਦੀ ਜੀ ਇਹਦੇ ਵਿੱਚ ਮਾਹਰ ਹੈ। ਤਾਂ ਇਹ ਜਦ ਤੱਕ ਲੋਕ ਸਿਆਣੇ ਨਹੀਂ ਹੋਣਗੇ, ਲੈਫਟ ਇਹਨਾਂ ਨੂੰ ਅੱਗੇ ਲੈ ਕੇ ਨਹੀਂ ਤੁਰੂਗਾ, ਉਦੋਂ ਤੱਕ ਨਹੀਂ ਹੋਣਾ। ਜੀ, ਔਰ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਆਖਰਕਾਰ ਆਈਡੀਪੀ ਸੰਸਥਾ ਦੇ ਵੱਲੋਂ 2002 ਤੋਂ ਲੈ ਕੇ ਜਿਹੜਾ ਮਾਰਚ ਕੱਢਿਆ ਜਾ ਰਿਹਾ, ਸਰਹੱਦ ਦੇ ਉੱਤੇ ਜਾ ਕੇ ਮੋਮਬੱਤੀਆਂ ਦੀਵੇ ਜਗਾਏ ਜਾਂਦੇ ਆ, ਤਾਂ ਉਸ ਦਾ ਸੁਨੇਹਾ ਕੀ ਹੈ। ਤਾਂ ਇਹਨਾਂ ਦਾ ਇੱਕੋ ਮਕਸਦ ਹੈ ਕਿ ਕਿਸੇ ਵੀ ਦੇਸ਼ ਜਾਂ ਕਿਸੇ ਵੀ ਮੁਲਕ ਦੀ ਗੱਲ ਤੁਰੇ ਤਾਂ ਦੋਸਤੀ ਹੋਣੀ ਚਾਹੀਦੀ ਹੈ ਮਨੁੱਖਤਾ ਦੇ ਵਿੱਚ। ਇਸ ਨੂੰ ਲੈ ਕੇ ਇਹ ਮਾਰਚ ਕੱਢਦੇ ਆ। ਔਰ ਸਾਨੂੰ ਪਿਛਲੇ ਦਿਨੀ ਵਿਛੋੜਾ ਦੇ ਕੇ ਗਏ ਰਾਹਤ ਇੰਦੌਰੀ ਬੜੇ ਵੱਡੇ ਤੇ ਮਕਬੂਲ ਸ਼ਾਇਰ ਹੋਏ ਸਨ, ਔਰ ਉਹਨਾਂ ਨੇ ਇੱਕ ਗੱਲ ਕਹੀ ਸੀ, ਕਿਉਂਕਿ ਉਹ ਸਿਆਸਤਦਾਨਾਂ ਦਾ ਜਿਹੜਾ ਮਕਸਦ ਹੁੰਦਾ ਕਿ ਕਦੋਂ ਚੋਣਾਂ ਦਾ ਮਾਹੌਲ ਹੁੰਦਾ ਹੈ ਤਾਂ ਸਰਹੱਦਾਂ ਦੇ ਉੱਤੇ ਬਹੁਤ ਸਾਰੀ ਹਲਚਲ ਹੋਣ ਲੱਗਦੀ ਹੈ, ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ। ਖਾਸ ਕਰਕੇ ਜੇ ਪੰਜਾਬ ਦੀ ਗੱਲ ਕਰੀਏ ਤਾਂ 6 ਜ਼ਿਲ੍ਹੇ ਆ ਤਕਰੀਬਨ ਜਿਹੜੇ ਸਰਹੱਦ ਦੇ ਉੱਤੇ ਲੱਗਦੇ ਆ, ਉਹਨਾਂ ਲੋਕਾਂ ਨੂੰ ਕਿਸ ਹੱਦ ਤੱਕ ਹੈ ਜਿਹੜੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ। ਤਾਂ ਰਾਹਤ ਇੰਦੌਰੀ ਨੇ ਬੜਾ ਵਧੀਆ ਉਹਨਾਂ ਦੇ ਉੱਤੇ ਸਟਾਇਰ ਕਸਣ ਦੀ ਲਈ ਇੱਕ ਗੱਲ ਕਹੀ ਕਿ ਸਰਹੱਦੋਂ ਪੇ ਤਣਾਅ ਹੈ ਕਿਆ, ਪਤਾ ਕਰੋ ਚੁਣਾਵ ਹੈ ਕਿਆ। ਤਾਂ ਉਹਨਾਂ ਨੇ ਇੱਕ ਥੋੜ੍ਹੇ ਜਿਹੇ ਸ਼ਬਦਾਂ ਦੇ ਵਿੱਚ ਸਰਕਾਰ ਨੂੰ ਹੈ ਜਿਹੜਾ ਉਹਨਾਂ ਦੀ ਨੀਤੀ ਜਿਹੜੀ ਉਹਨਾਂ ਦੀ ਮਨਸ਼ਾ ਨੂੰ ਹੈ ਜਿਹੜਾ ਉਸ ਦੇ ਉੱਤੋਂ ਪਰਦਾਫਾਸ਼ ਕੀਤਾ। ਇਸ ਆਈਡੀਪੀ ਸੰਸਥਾ ਦਾ ਮਕਸਦ ਕਦੋਂ ਤੱਕ ਪੂਰਾ ਹੁੰਦਾ ਹੈ ਤਾਂ ਦੇਖਣ ਵਾਲੀ ਗੱਲ ਹੈ, ਜਾਂ ਜਦੋਂ ਤੱਕ ਇਹ ਲੱਗੇ ਹੋਏ ਆ। ਪਰ ਕੋਸ਼ਿਸ਼ਾਂ ਹਮੇਸ਼ਾ ਦੋਸਤੀ ਦੀਆਂ ਹੁੰਦੀਆਂ ਰਹਿੰਦੀਆਂ ਤੇ ਹੋਣੀਆਂ ਵੀ ਚਾਹੀਦੀਆਂ। ਕੈਮਰਾਮੈਨ ਕਰਨ ਦੇ ਨਾਲ ਸੰਦੀਪ ਲਾਦੂਕਾ, ਜਗਬਾਣੀ ਟੀਵੀ, ਜਲੰਧਰ।